Hello everyone. Minasha Konnichiwa. Minasha Konnichiwa. हाँ जी डियर स्टूडेंट्स ਤੁਸੀਂ ਸੋਚਦੇ ਹੋਵੋਗੇ ਕਿ ਮੈਡਮ ਇਹ ਕੀ ਕਹਿ ਰਹੇ ਨੇ ਮਿਨਾਸ਼ਾ ਕੋਨਿਚੀਵਾ ਇਹਦਾ ਮਤਲਬ ਹੈ ਹੈਲੋ एवरीवन ਤੇ ਕਿਹੜੀ ਲੈਂਗੁਏਜ ਦਾ ਵਰਡ ਹੈ ਇਹ ਹੈਗਾ ਜੈਪਨੀਜ਼ ਦਾ ਜੈਪਨੀਜ਼ ਦੇ ਵਿੱਚ ਹੈਲੋ एवरीवन ਨੂੰ ਕਹਿੰਦੇ ਆ ਮਿਨਾਸ਼ਾ ਕੋਨਿਚੀਵਾ ਤੇ ਮੈਨੂੰ ਇਹਦੀ ਕੀ ਜ਼ਰੂਰਤ ਪੈ ਗਈ ਹੈ ਨਾ ਇੱਥੇ ਬੋਲਣ ਦੀ ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ ਤੁਹਾਨੂੰ ਕੁਝ ਵੀ ਨਵਾਂ ਸਿੱਖਣ ਦਾ ਮੌਕਾ ਮਿਲੇ ਸਾਨੂੰ ਖੁਸ਼ੀ ਸਿੱਖਣਾ ਚਾਹੀਦਾ ਹੈ ਜਦੋਂ ਵੀ ਮੌਕਾ ਲੱਗੇ ਹੈ ਨਾ ਅਤੇ ਅੱਜ ਫਿਰ ਮੈਂ ਜੈਪਨੀਜ਼ ਦੀ ਗੱਲ ਕਿਉਂ ਕਰ ਰਹੀ ਹਾਂ ਕਿਉਂਕਿ ਜਿਹੜਾ 8th ਕਲਾਸ ਦਾ 3rd ਲੈਸਨ ਆ ਨਿਊ ਬੁੱਕ ਦਾ ਏਜ਼ਡ ਮਦਰ ਇੱਕ ਬੁੱਢੀ ਮਾਂ ਉਹ ਜੈਪਨੀਜ਼ ਲੈਂਗੁਏਜ ਦੇ ਵਿੱਚੋਂ ਉਹਨਾਂ ਦੀ ਭਾਸ਼ਾ ਦੇ ਵਿੱਚੋਂ ਉਹਨਾਂ ਦੀ ਫੋਕ ਟੇਲ ਦੇ ਵਿੱਚੋਂ ਲਿਆ ਗਿਆ ਹੈਗਾ ਲੈਸਨ ਬੇਟਾ ਇਸੇ ਲਈ ਮੈਂ ਤੁਹਾਨੂੰ ਜੈਪਨੀਜ਼ ਦੇ ਵਿੱਚ ਹੈਲੋ एवरीवन ਕਹਿ ਰਹੀ ਹਾਂ ਕੀ ਕਹਿੰਦੇ ਆ ਮਿਨਾਸ਼ਾ ਕੋਨਿਚੀਵਾ ਓਕੇ ਹਾਂਜੀ ਸੋ 8th ਕਲਾਸ ਦੇ ਸਟੂਡੈਂਟਸ ਅੱਜ ਆਪਾਂ ਤੁਹਾਡੇ ਲਈ 3rd ਲੈਸਨ ਨੂੰ ਰੀਡ ਕਰਾਂਗੇ ਸਮਝਾਂਗੇ ਠੀਕ ਹੈ ਚੰਗੇ ਤਰੀਕੇ ਨਾਲ ਕਿ ਸਟੋਰੀ ਕੀ ਹੈ ਬਹੁਤ ਹੀ ਖੂਬਸੂਰਤ ਔਰ ਪਾਵਰਫੁਲ ਮੈਸੇਜ ਆ ਇਸ ਸਟੋਰੀ ਦੇ ਵਿੱਚ ਕੋਈ ਵੀ ਲੈਸਨ ਆ ਜਿਹੜਾ ਉਹ ਇੱਦਾਂ ਹੀ ਨਹੀਂ ਚੂਜ਼ ਕਰ ਲਿਆ ਜਾਂਦਾ ਤੁਹਾਨੂੰ ਕਿਸੇ ਵੀ ਬੁੱਕ 'ਚ ਕੋਈ ਵੀ ਲੈਸਨ ਚੱਕ ਕੇ ਲਗਾ ਦਿੱਤਾ ਗਿਆ ਉਹਦੇ ਪਿੱਛੇ ਜੋ ਉਹਦੇ ਵਿੱਚ ਸਿੱਖਿਆ ਜਾਂ ਲੈਸਨ ਹੁੰਦਾ ਉਹਦੇ ਕਰਕੇ ਉਹਨੂੰ ਚੁਣਿਆ ਜਾਂਦਾ ਸੋ ਇਸ ਲੈਸਨ ਨੂੰ ਕਿਹੜੇ ਲੈਸਨ ਕਰਕੇ ਚੁਣਿਆ ਗਿਆ ਗਾ ਕੀ ਇਹਦੇ ਵਿੱਚ ਉਹ ਹੈਗਾ ਗਾ ਦਾ ਵਿਦ ਦ ਕਰਾਊਨ ਆਫ ਸਨੋ ਦੇਅਰ ਕਮ ਦ ਵਿਜ਼ਡਮ ਮੀਨਸ ਸਿਆਣਪ ਆ ਜਿਹੜੀ ਉਹ ਉਮਰ ਨਾਲ ਆਉਂਦੀ ਹੈ ਠੀਕ ਇਸ ਲੈਸਨ ਨੂੰ ਇਸ ਜਿਹੜਾ ਲੈਸਨ ਕਰਕੇ ਚੂਜ਼ ਕੀਤਾ ਗਿਆ ਹੈ ਇਹ ਲੈਸਨ ਹੈ ਜਿਹੜਾ ਹੁਣ ਇੱਕ ਬੰਦੇ ਦੀ ਦੇਖੋ ਪਿਕਚਰ ਦਿਖ ਰਹੀ ਆ ਇਹ ਕਿਹਦੀ ਪਿਕਚਰ ਆ ਮਾਸ਼ੂਓ ਵਾਸ਼ੋ ਨਾਮ ਲਿਖਿਆ ਵੀ ਹੋਇਆ ਮਾਸ਼ੂਓ ਵਾਸ਼ੋ ਇੱਕ ਜੈਪਨੀਜ਼ ਪੋਇਟ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਨੇ ਇਹ ਜਿਹੜੀ ਸਟੋਰੀ ਆ ਇਹਨਾਂ ਦੀ ਬੁੱਕ ਦੇ ਵਿੱਚੋਂ ਲਈ ਗਈ ਹੈ ਬੇਟਾ ਦੁਬਾਰਾ ਨਾਮ ਬੋਲੋ ਮਾਸ਼ੂਓ ਵਾਸ਼ੋ ਹਾਂਜੀ ਉੱਪਰ ਜੈਪਨੀਜ਼ ਦਾ ਜਿਹੜਾ ਨੈਸ਼ਨਲ ਫਲੈਗ ਆ ਮੈਂ ਉਹ ਵੀ ਲਗਾਇਆ ਤੁਹਾਨੂੰ ਇਹਦੀ ਵੀ ਪਹਿਚਾਣ ਹੋ ਜਾਵੇ ਠੀਕ ਸੋ ਹੁਣ ਆਪਾਂ ਚੱਲਦੇ ਹਾਂ ਕਹਾਣੀ ਵੱਲ ਮੈਨੂੰ ਉਮੀਦ ਆ ਤੁਸੀਂ ਉਤਸੁਕ ਹੋਵੋਗੇ ਜਾਣਨ ਲਈ ਕਿ ਕਿਹੜੀ ਕਹਾਣੀ ਆ ਕੀ ਉਹਦੇ ਵਿੱਚ ਮੈਸੇਜ ਦਿੱਤਾ ਗਿਆ ਕਿੱਦਾਂ ਦਿੱਤਾ ਗਿਆ ਸੋ ਫਸਟ ਆਫ ਆਲ ਐਕਟੀਵਿਟੀ ਫਰਸਟ ਹੈ ਠੀਕ ਹੁਣ ਇਹਦੇ ਵਿੱਚ ਆਪਾਂ ਪ੍ਰੀ ਰੀਡਿੰਗ ਕਰਦੇ ਹੁੰਦੇ ਹਾਂ ਪ੍ਰੀ ਰੀਡਿੰਗ ਦੇ ਵਿੱਚ ਕੁਝ ਵਰਡਸ ਨੇ ਜਿਨ੍ਹਾਂ ਦੇ ਅਸੀਂ ਸਪੈਲਿੰਗ ਦੇਖਣੇ ਆ ਮੀਨਿੰਗ ਦੇਖਣੇ ਆ ਹੈ ਨਾ ਪ੍ਰੋਨਾਂਸੀਏਸ਼ਨ ਚੈੱਕ ਕਰਨੀ ਆ ਉਹਨਾਂ ਦੀ ਓਕੇ ਸੋ ਫਸਟ ਵਰਡ ਹੈ ਅਪ ਟੂ ਡਾਊਨ ਚੱਲਾਂਗੇ ਆਪਾਂ ਡਿਪੋਸਟਿਕ ਪਹਿਲਾ ਵਰਡ ਆ ਡਿਪੋਸਟਿਕ ਦਾ ਮੀਨਿੰਗ ਹੁੰਦਾ ਗਾ ਬੇਟਾ ਇਹ ਵਾਲਾ ਫਸਟ ਵਰਡ ਆ ਗਿਆ ਇਹਦਾ ਮਤਲਬ ਹੁੰਦਾ ਨਿਰਕੁੰਸ਼ ਸਵੈ ਇੱਛਾਕਾਰੀ ਜਿਹਦੀ ਆਪਦੀ ਇੱਛਾ ਹੀ ਚੱਲਦੀ ਆ ਤਾਨਾਸ਼ਾਹ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਸੈਕੰਡ ਵਰਡ ਆ ਹੰਬਲ ਮੀਨਸ ਨਿਮਰ ਨੈਕਸਟ ਵਰਡ ਆ ਸੁਜੈਸਟਿਵ ਦਾ ਮਤਲਬ ਸੰਕੇਤਿਕ ਕਿਸੇ ਵੱਲ ਆਪਾਂ ਇਸ਼ਾਰਾ ਕਰਕੇ ਕੋਈ ਹੈ ਨਾ ਦੱਸਦੇ ਹਾਂ ਨੈਕਸਟ ਵਰਡ ਆ ਰੈਕਲੈਸ ਮੀਨਸ ਲਾਪਰਵਾਹ ਓਕੇ ਨੈਕਸਟ ਵਰਡ ਆ ਫੇਲਿੰਗ ਮੀਨਸ ਵੀਕਨੈਸ ਠੀਕ ਹੈ ਇਹਦਾ ਅਦਰ ਵਰਡ ਕੀ ਹੋ ਸਕਦਾ ਵੀਕਨੈਸ ਮੀਨਸ ਦੋਸ਼ ਕੋਈ ਜਾਂ ਦੁਰਬਲਤਾ ਠੀਕ ਸਨੈਪਡ ਨੈਕਸਟ ਵਰਡ ਕੀ ਆ ਸਨੈਪਡ ਦਾ ਮਤਲਬ ਕਿਆ ਹੁੰਦਾ ਅਚਾਨਕ ਕੁਝ ਟੁੱਟ ਜਾਣਾ ਜਾਂ ਝਟਕ ਜਾਣਾ ਜਾਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਤਿੜਕਣਾ ਠੀਕ ਆ ਕੁਛ ਤਿੜਕ ਗਿਆ ਨੈਕਸਟ ਵਰਡ ਆ ਪ੍ਰੋਮਪਟਡ ਦਾ ਮਤਲਬ ਪ੍ਰੇਰਿਤ ਕਰਨਾ ਇਨਕਰੇਜ ਕਰਨਾ ਕਿਸੇ ਨੂੰ ਕਿਸੇ ਕੰਮ ਲਈ ਨੈਕਸਟ ਹੈ ਹੇਜ਼ਨਡ ਕੀ ਵਰਡ ਆ ਹੇਜ਼ਨਡ ਮੀਨਸ ਜਲਦੀ ਕਰਨਾ ਕੋਈ ਕੰਮ ਜਾਂ ਗੱਲ ਕਰਨ ਦੇ ਵਿੱਚ ਤੇਜ਼ੀ ਨਾਲ ਕੋਈ ਕੰਮ ਕਰਨਾ ਚਾਹੇ ਕੋਈ ਗੱਲ ਕਰਨੀ ਤੇਜ਼ੀ ਦੇ ਨਾਲ ਠੀਕ ਹੈ ਨੈਕਸਟ ਵਰਡ ਆ ਗਿਆ ਬੇਟਾ ਬਾਬਰਸ ਮੀਨਸ ਕਰੂਅਲ ਬਰੂਟਲ ਵਹਿਸ਼ੀ ਜਿਹਨੂੰ ਆਪਾਂ ਕਹਿੰਦੇ ਹਾਂ ਨਿਰਦਈ ਜ਼ਾਲਮ ਹੈ ਨਾ ਇਹਦਾ ਮਤਲਬ ਇਹ ਵਾਲਾ ਹੁਣ ਨੈਕਸਟ ਵਰਡ ਆ ਗਿਆ ਬਲੇਜ਼ ਇਹ ਵਾਲਾ ਵਰਡ ਆ ਗਿਆ ਬਲੇਜ਼ ਮੀਨਸ ਹੁੰਦਾ ਵੈਸੇ ਤਾਂ ਡੇਂਜਰਸ ਫਾਇਰ ਠੀਕ ਆ ਬਟ ਲਾਈਟ ਵੀ ਹੁੰਦਾ ਚਮਕ ਵੀ ਹੁੰਦਾ ਇਹਦਾ ਮਤਲਬ ਓਕੇ ਨੈਕਸਟ ਵਰਡ ਆਪਾਂ ਚੱਲਦੇ ਹਾਂ ਇਹ ਅਲੱਗ ਬੋਲਣੀ ਆ ਇਹ ਫਿਰ ਵੈਡਨਿੰਗ ਠੀਕ ਆ ਇਹਦਾ ਮਤਲਬ ਹੁੰਦਾ ਸਦਾ ਲਈ ਛੱਡ ਦੇਣਾ ਕਿਸੇ ਨੂੰ ਤਿਆਗ ਦੇਣਾ ਓਕੇ ਨੈਕਸਟ ਵਰਡ ਆ ਅਬੋਲਿਸ਼ਡ ਦੀ ਸੈਕਿੰਡ ਫਾਰਮ ਆ ਇਹਦਾ ਮਤਲਬ ਹੁੰਦਾ ਕਾਨੂੰਨ ਦੁਆਰਾ ਜਿਹੜੀ ਕੋਈ ਸਦੀਆਂ ਤੋਂ ਕੋਈ ਪ੍ਰਥਾ ਚੱਲੀ ਆ ਰਹੀ ਹੈ ਜਿੱਦਾਂ ਸਤੀ ਪ੍ਰਥਾ ਵੀ ਨਾਲ
ਸਾੜ ਦਿੰਦੇ ਸੀ ਹੈ ਨਾ ਲੇਡੀ ਨੂੰ ਜਦੋਂ ਉਹਦੇ ਹਸਬੈਂਡ ਦੀ ਡੈਥ ਹੋ ਜਾਂਦੀ ਸੀ। ਕਾਨੂੰਨ ਦੁਆਰਾ ਅਜਿਹੀ ਕਿਸੇ ਵੀ ਪ੍ਰਥਾ 'ਤੇ ਰੋਕ ਲਗਾ ਦੇਣਾ, ਉਹਨੂੰ ਖ਼ਤਮ ਕਰ ਦੇਣਾ, ਅਬੋਲਿਸ਼ਡ ਹੋ ਗਿਆ। ਠੀਕ ਆ, ਖ਼ਤਮ ਕੀਤਾ ਹੋ ਜੂ ਇੱਥੇ। ਨੈਕਸਟ ਆ ਵਿਡੋ ਵਰਡ, ਤਾਂ ਤੁਸੀਂ ਸੁਣਿਆ ਹੋਣਾ, ਵਿਡੋਡ, ਵਿਡੋ ਮੈਨੇ ਵਿਧਵਾ, ਜਿਹਦਾ ਹਸਬੈਂਡ ਦੀ ਡੈਥ ਹੋ ਗਈ। ਓਕੇ, ਲਾਸਟ ਵਰਡ ਫਰਟੀ, ਫਰਟੀ, ਫਰਲਟੀ। ਠੀਕ ਹੈ, ਇਹਦਾ ਮਤਲਬ ਹੁੰਦਾ ਸਰੀਰ ਜਾਂ ਚਰਿੱਤਰ ਦੀ ਦੁਰਬਲਤਾ ਜਾਂ ਕਮਜ਼ੋਰੀ। ਠੀਕ, ਕਲੀਅਰ ਹੋ ਗਏ ਸਾਰੇ ਵਰਡਸ। ਜਦੋਂ ਆਪਾਂ ਐਕਟੀਵਿਟੀਜ਼ ਦੀਆਂ ਦੂਜੀਆਂ ਵੀਡੀਓ ਬਣਾਵਾਂਗੇ ਉਦੋਂ ਤੁਹਾਨੂੰ ਲਿਖ ਕੇ ਵੀ ਇਹ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ। ਫਿਲਹਾਲ ਤੁਸੀਂ ਸਾਰੇ ਸਮਝ ਲਏ, ਇਹ ਲੈਸਨ ਦੇ ਵਿੱਚ ਆਉਣਗੇ। ਨਾਓ ਲੈਟਸ ਰੀਡ ਦਾ ਸਟੋਰੀ, ਦ ਏਜਡ ਮਦਰ। ਸੋ ਲੈਟਸ ਸਟਾਰਟ। Long, long ago, there was a province in Japan called Shining. ਹਾਂਜੀ ਬੇਟਾ, ਇੱਥੇ ਵਰਡ ਆਇਆ ਪ੍ਰੋਵਿੰਸ, ਜਿੱਦਾਂ ਕਿ ਆਪਾਂ ਇੰਡੀਆ ਦੇ ਵਿੱਚ ਕਹਿੰਦੇ ਹਾਂ ਸਟੇਟ। ਇੰਡੀਆ ਹੈਜ਼ 29 ਸਟੇਟਸ। ਕਈ ਕੰਟਰੀਆਂ ਦੇ ਵਿੱਚ ਸਟੇਟ ਦੀ ਜਗ੍ਹਾ 'ਤੇ ਪ੍ਰੋਵਿੰਸ ਵਰਡ ਯੂਜ਼ ਕੀਤਾ ਜਾਂਦਾ। ਇਹਦਾ ਮਤਲਬ ਹੁੰਦਾ ਰਾਜ ਜਾਂ ਰਾਜ ਆਪਾਂ ਕਹਿ ਸਕਦੇ ਹਾਂ ਨਾ। ਅਤੇ ਜਿੱਦਾਂ ਕੈਨੇਡਾ ਦੇ ਵਿੱਚ ਪ੍ਰੋਵਿੰਸ ਵਰਡ ਯੂਜ਼ ਕੀਤਾ ਜਾਂਦਾ। ਜਾਪਾਨ ਦੇ ਵਿੱਚ ਇੱਕ ਰਾਜ ਸੀ, ਸਟੇਟ ਸੀ, ਜਿਹਨੂੰ ਆਪਾਂ ਕਹਾਂਗੇ ਇੱਥੇ ਉਹਦਾ ਨਾਮ ਤਾਂ ਹੀ ਐਸ ਵੱਡੀ ਪਾਈ ਆ, ਉਹ ਸਟੇਟ ਦਾ ਨਾਮ ਆ ਸ਼ਿਨਿੰਗ, ਹੈ ਨਾ। ਹੁਣ ਕੀ ਹੋ ਗਿਆ, ਬਹੁਤ ਲੌਂਗ ਅਗੋ, ਬਹੁਤ ਸਮੇਂ ਦੀ ਗੱਲ ਹੈ ਕਿ ਜਾਪਾਨ ਦੇ ਵਿੱਚ ਸ਼ਿਨਿੰਗ ਨਾਮ ਦਾ, ਇਹ ਸ਼ਾਈਨਿੰਗ ਨਹੀਂ ਹੈਗਾ, ਚਮਕ ਵਾਲਾ, ਸ਼ਿਨਿੰਗ ਨਾਮ ਦਾ ਇੱਕ ਰਾਜ ਸੀ। ਇਟ ਵਾਜ਼ ਗਵਰਨਡ ਬਾਈ ਅ ਡੈਸਪੋਟਿਕ ਲੀਡਰ। ਡੈਸਪੋਟਿਕ ਅਸੀਂ ਪੜ੍ਹਿਆ ਨਿਰਦਈ, ਹੈ ਨਾ। ਇੱਕ ਕਿਹਦੇ ਦਾ, ਇਹਦੀ ਰਾਜ ਸੱਤਾ ਕਿਹਦੇ ਦੁਆਰਾ ਚਲਾਈ ਜਾਂਦੀ ਸੀ? ਇੱਕ ਨਿਰੰਕੁਸ਼ ਸ਼ਾਸਕ ਦੇ ਦੁਆਰਾ ਚਲਾਈ ਜਾਂਦੀ ਸੀ। ਡਿਸਪੋਟਿਕ ਕੀ ਹੋ ਗਿਆ? ਨਿਰੰਕੁਸ਼ ਜਾਂ ਸਵੈ ਇੱਛਾਕਾਰੀ। ਹੀ ਵਾਜ਼ ਅ ਗੁੱਡ ਵਾਰੀਅਰ, ਉਹ ਇੱਕ ਚੰਗਾ ਯੋਧਾ ਸੀ। ਬਟ ਹੀ ਹੈਡ ਅ ਗ੍ਰੇਟ ਡਿਸਲਾਈਕ ਫॉर ਐਨੀਥਿੰਗ ਸਜੈਸਟਿਵ ਆਫ ਫੇਲਿੰਗ ਹੈਲਥ ਐਂਡ ਸਟਰੈਂਥ। ਪਰ ਉਹ ਅਜਿਹੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਸੀ ਕਰਦਾ ਜਿਹੜੀ ਸੰਕੇਤ ਕਰਦੀ ਹੋਵੇ ਡਿੱਗਦੀ ਹੋਈ ਸਿਹਤ ਵੱਲ, ਜਾਂ ਡਿੱਗਦੀ ਹੋਈ ਜਾਂ ਖੁੱਸਦੀ ਹੋਈ ਤਾਕਤ ਵੱਲ। ਦਿਸ ਪ੍ਰੋਂਪਟਡ ਹਿਮ ਟੂ ਮੇਕ ਅ ਕਰੂਅਲ ਲਾਅ ਫॉर ਦ ਪ੍ਰੋਵਿੰਸ। ਇਸ ਚੀਜ਼ ਨੇ ਉਹਨੂੰ ਪ੍ਰੇਰਿਤ ਕੀਤਾ ਆਪਦੇ ਰਾਜ ਲਈ ਇੱਕ ਅਜਿਹਾ ਜ਼ਾਲਮਾਨਾ ਕਾਨੂੰਨ ਬਣਾਉਣ ਲਈ। ਦ ਅੰਟਾਇਰ ਪ੍ਰੋਵਿੰਸ ਵਾਜ਼ ਗਿਵਨ ਸਟ੍ਰਿਕਟ ਆਰਡਰ ਟੂ ਇਮੀਡੀਏਟਲੀ ਪੁੱਟ ਆਲ ਏਜਡ ਪੀਪਲ ਟੂ ਡੈਥ। ਅੰਟਾਇਰ ਮੀਨਸ ਉਹਦਾ ਸਾਰਾ, ਸਾਰੇ ਰਾਜ ਦੇ ਵਿੱਚ ਸਟ੍ਰਿਕਟ ਮੀਨਸ ਸਖਤ ਆਰਡਰ ਕਰ ਦਿੱਤੇ ਗਏ ਕਿ ਤੁਰੰਤ ਹੀ ਜਿੰਨੇ ਵੀ ਬੁੱਢੇ ਲੋਕ ਨੇ ਉਹਨਾਂ ਨੂੰ ਮਾਰ ਦਿੱਤਾ ਜਾਵੇ। Those were barbarous days, and the custom of avenging old people to die was not uncommon. ਕਹਿੰਦੇ ਇਹ ਉਹ ਜ਼ਾਲਮਾਨਾ ਜਾਂ ਵਹਿਸ਼ੀ ਦਿਨ ਸੀਗੇ ਜਦੋਂ ਕਿ ਕਸਟਮ ਹੁੰਦੀ ਆ ਕੋਈ ਰੀਤੀ ਰਿਵਾਜ਼, ਹੈ ਨਾ, ਜਿਹੜਾ ਪੁਰਾਣਾ ਚੱਲਿਆ ਆ ਰਿਹਾ, ਵੀ ਜਿਹੜਾ ਬੁੱਢੇ ਲੋਕਾਂ ਨੂੰ ਤਿਆਗ ਦੇਣਾ ਉਦੋਂ ਆਮ ਗੱਲ ਸੀਗੀ। In the same province lived a poor farmer and his aged widowed mother at the foot of the mountain. ਪਹਾੜਾਂ ਦੇ ਜੜ੍ਹਾਂ ਦੇ ਵਿੱਚ, ਜਿੱਥੋਂ ਪਹਾੜ ਸ਼ੁਰੂ ਹੁੰਦੇ ਨੇ, ਉੱਥੇ ਇੱਕ ਝੌਂਪੜੀ ਦੇ ਵਿੱਚ ਉਸੇ ਹੀ ਪ੍ਰੋਵਿੰਸ ਦੇ ਵਿੱਚ ਇੱਕ ਗਰੀਬ ਕਿਸਾਨ ਅਤੇ ਉਹਦੀ ਵਿਧਵਾ ਬੁੱਢੀ ਮਾਂ ਰਹਿੰਦੇ ਸੀ ਦੋਨੋਂ। ਦੇ ਓਨਡ ਅ ਬਿਟ ਆਫ ਲੈਂਡ, ਉਹਨਾਂ ਕੋਲ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਸੀ। ਵਿਚ ਸਪਲਾਈਡ ਦੈਮ ਦਾ ਫੂਡ, ਜਿਹਦੇ ਤੋਂ ਉਹਨਾਂ ਦਾ ਖਾਣਾ ਪਾਣੀ ਚੱਲਦਾ ਸੀ। ਦੇ ਵਰ ਹੰਬਲ, ਪੀਸਫੁਲ ਐਂਡ ਹੈਪੀ। ਉਹ ਬਹੁਤ ਹੀ ਦੋਨੋਂ ਮਾਂ ਪੁੱਤ ਨਿਮਰ, ਸ਼ਾਂਤਮਈ ਅਤੇ ਖੁਸ਼ ਸਨ। The poor farmer loved his aged mother and dealt with her very tenderly. ਹਾਂ, ਡੀਲ ਹੁੰਦਾ ਕਿਸੇ ਨਾਲ ਆਪਾਂ ਕਿੱਦਾਂ ਦਾ ਵਿਵਹਾਰ ਕਰਦੇ ਹਾਂ। ਡੀਲ ਮੀਨਸ ਵਪਾਰ ਕਰਨਾ ਵੀ ਹੁੰਦਾ, ਲੈਣ ਦੇਣ ਕਰਨਾ ਵੀ ਹੁੰਦਾ। ਹੁਣ ਡੈਲਟ ਉਹਦੀ ਸੈਕਿੰਡ ਫੋਰਮ ਆ ਬੇਟਾ। ਕਹਿੰਦੇ ਜਿਹੜਾ ਗਰੀਬ ਕਿਸਾਨ ਸੀ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਹਦੇ ਨਾਲ ਬਹੁਤ ਹੀ ਟੈਂਡਰਲੀ, ਨਿਮਰਤਾ ਨਾਲ, ਕੋਮਲਤਾ ਨਾਲ ਵਿਵਹਾਰ ਕਰਦਾ ਸੀ। ਦ ਆਰਡਰ ਬਾਈ ਦਾ ਡਿਸਪੋਟ ਫਿਲਡ ਹਿਜ਼ ਹਾਰਟ ਵਿਦ ਸੋਰੋ। ਉਸ ਨਿਰੰਕੁਸ਼ ਸ਼ਾਸਕ ਨੇ ਜਿਹੜਾ ਆਰਡਰ ਕੀਤਾ, ਉਹਨੇ ਉਹਦਾ ਦਿਲ ਕੀ ਸੀ? ਦੁੱਖ ਨਾਲ ਭਰ ਦਿੱਤਾ। ਅਦਰ ਪੀਪਲ ਡਿਡ ਨਾਟ ਥਿੰਕ ਟਵਾਈਸ ਅਬਾਊਟ ਓਬੇਇੰਗ ਦ ਆਰਡਰ ਆਫ ਦ ਗਵਰਨਰ ਵਟ ਦਿਸ ਫਾਰਮਰ ਵਾਜ਼ ਅਨਹੈਪੀ। ਅਦਰ ਪੀਪਲ ਮੀਨਸ ਦੂਜੇ ਲੋਕਾਂ ਨੇ, ਜਿਹੜੇ ਦੂਜੇ ਲੋਕ ਸੀ ਉਹਨਾਂ ਨੇ ਟਵਾਈਸ, ਇੱਕ ਵਾਰ ਵੀ ਦੁਬਾਰਾ ਨਹੀਂ ਸੋਚਿਆ, ਦੁਬਾਰਾ ਸੋਚਿਆ ਹੀ ਨਹੀਂ ਉਹਦਾ ਹੁਕਮ ਮੰਨਣ ਲਈ। ਮੀਨਸ ਉਹਨਾਂ ਦਾ ਹੁਕਮ ਮੰਨ ਲਿਆ ਝਟਪਟ। ਪਰ ਜਿਹੜਾ ਇਹ ਫਾਰਮਰ ਸੀ ਉਹ ਬਹੁਤ ਦੁਖੀ ਸੀ। However, he had to obey the order, so the farmer prepared for what at that time was considered the kindest way of death. ਹੁਣ ਕਹਿੰਦਾ ਮੰਨਣਾ ਤਾਂ ਉਹਨੂੰ ਵੀ ਹੁਕਮ ਪੈਣਾ ਸੀ, had to, ਮੰਨਣਾ ਪੈਣਾ ਸੀ, ਹੈ ਨਾ।
ਓਬੇ ਕਰਨਾ ਪੈਣਾ ਸੀ ਫਾਰਮਰ ਨੂੰ, ਇਸ ਲਈ ਉਹ ਆਪਣੇ ਆਪ ਨੂੰ ਤਿਆਰ ਕਰਨ ਲੱਗਿਆ ਉਸ ਟਾਈਮ ਲਈ ਕਿ ਕਿਹੜਾ ਸਾਰਿਆਂ ਨੂੰ ਕਾਈਂਡੈਸਟ ਵੇ ਆ ਮਦਰ ਨੂੰ ਆਪਣੀ ਨੂੰ ਡੈਥ ਦੇਣ ਲਈ, ਮੌਤ ਦੇ ਘਾਟ ਉਤਾਰਨ ਲਈ ਜਾਂ ਮੌਤ ਲਈ ਛੱਡਣ ਲਈ, ਤਿਆਗਣ ਲਈ, ਕਿਹੜਾ ਸਾਰਿਆਂ ਨੂੰ ਤਰੀਕਾ ਜਿਹ 'ਚ ਉਹਨੂੰ ਦੁੱਖ ਤਕਲੀਫ ਘੱਟ ਹੋਵੇ। ਓਕੇ ਨੈਕਸਟ ਅੱਗੇ, ਜਸਟ at sunset when his day's work ended he took some unwhitened rice which was main food for the poor and cooked it, dried it and tied it in a cloth which he swung in bundle around his neck along with the pot filled with cold water। ਇਹ ਮੈਂ ਇਕੱਠਾ ਇਸ ਲਈ ਪੜ੍ਹ ਦਿੰਦੀ ਹਾਂ ਪੁੱਤ ਪੂਰਾ ਸੈਂਟੈਂਸ ਤੁਹਾਨੂੰ ਰੀਡ ਕਰਨਾ ਈਜ਼ੀ ਹੋਵੇ, ਹੈ ਨਾ, ਸਮਝਣਾ ਈਜ਼ੀ ਹੋਵੇ। ਜਸਟ ਐਟ ਸਨਸੈਟ, ਜਦੋਂ ਇਹ ਸੂਰਜ ਛਿਪਿਆ, ਜਦੋਂ ਉਹਨੇ ਆਪਦੇ ਦਿਨ ਦਾ ਕੰਮ ਖਤਮ ਕੀਤਾ। ਅਨਵਾਈਟਡ ਜਿਹੜੇ ਹਜੇ ਪੋਲਿਸ਼ ਨਹੀਂ ਕੀਤੇ ਗਏ, ਰਾਈਸ ਮੀਨਸ ਚੌਲ, ਠੀਕ, ਉਹਨੇ ਕੀ ਕੀਤਾ, ਉਹਨਾਂ ਦਾ ਮੇਨ ਫੂਡ ਸੀਗਾ ਉਹਨੂੰ ਕੁੱਕ ਕੀਤਾ, ਉਹਨੂੰ ਸੁਕਾਇਆ, ਡਰਾਈਡ ਕੀਤਾ, ਫਿਰ ਉਹਨੂੰ ਬੰਨ੍ਹ ਲਿਆ ਕੱਪੜੇ ਦੇ ਵਿੱਚ ਟਾਈਡ ਇਨ ਕਲੋਥ, ਅਤੇ ਸਵਿੰਗ ਹੁੰਦਾ ਝੂਲਾ, ਹੈ ਨਾ, ਲਟਕਾਉਣਾ ਜਾਂ ਲਟਕਣਾ, ਉਹਨੇ ਬੰਡਲ ਬਣਾ ਕੇ ਆਪਦੀ ਗਰਦਨ ਦੇ ਦੁਆਲੇ ਬੰਨ੍ਹ ਲਿਆ ਅਤੇ ਇੱਕ ਪੋਟ ਬੰਨ੍ਹ ਲਿਆ ਠੰਡੇ ਪਾਣੀ ਦਾ। Then he lifted his helpless old mother on his back and started on his painful journey up the mountain। ਹਾਂਜੀ, ਫਿਰ ਉਹਨੇ ਕੀ ਕੀਤਾ, ਲਿਫਟਡ, ਉਹਨੇ ਆਪਦੀ ਮਦਰ ਨੂੰ ਚੱਕਿਆ, ਹੈਲਪਲੈਸ ਮੀਨਸ ਹੁੰਦਾ ਲਾਚਾਰ ਮਦਰ ਨੂੰ, ਆਪਦੀ ਬੁੱਢੀ ਲਾਚਾਰ ਮਦਰ ਨੂੰ ਚੱਕ ਕੇ ਆਪਦੀ ਬੈਕ 'ਤੇ ਲਿਫਟ ਕਰ ਲਿਆ, ਬੰਨ੍ਹ ਲਿਆ, ਐਂਡ ਸਟਾਰਟ, ਅਤੇ ਸ਼ੁਰੂ ਕਰ ਲਈ ਆਪਦੀ ਮਾਊਂਟੇਨ ਦੀ ਚੜ੍ਹਾਈ ਦੀ ਪੇਨਫੁੱਲ ਜਿਹੜੀ ਚੜ੍ਹਾਈ ਸੀ ਉਹ ਸ਼ੁਰੂ ਕਰ ਲਈ, ਪਹਾੜ ਦੇ ਉੱਤੇ ਚੜ੍ਹਨਾ ਸ਼ੁਰੂ ਕਰ ਲਿਆ। ਦਾ ਰੋਡ ਵਾਜ਼ ਲੌਂਗ ਐਂਡ ਸਟੀਪ, ਜਿਹੜੀ ਸੜਕ ਸੀ ਪਹਾੜੀ ਉਹ ਬੜੀ ਲੰਬੀ ਸੀ। ਸਟੀਪ ਹੁੰਦਾ ਬੇਟਾ ਇੱਥੇ, ਸਟੀਪ ਦਾ ਮਤਲਬ ਪਹਾੜੀ ਸੜਕ ਜਿਹਦੀ ਢਲਾਣ, ਸਿੱਧੀ ਢਲਾਣ ਜਿਹੜੀ ਚੜ੍ਹਨੀ ਬਹੁਤ ਔਖੀ ਹੁੰਦੀ ਹੈ, ਠੀਕ ਹੈ। ਸੋ ਅੱਗੇ ਆ ਗਿਆ, ਦ ਨੈਰੋ ਰੋਡ ਵਾਜ਼ ਕ੍ਰੋਸਡ ਐਂਡ ਰੀਕ੍ਰੋਸਡ ਬਾਈ ਮੈਨੀ ਪਾਥਸ ਮੇਡ ਬਾਈ ਦ ਹੰਟਰਸ ਐਂਡ ਵੁੱਡ ਕਟਰਸ। ਇਹ ਜਿਹੜੀ ਰੋਡ ਸੀ ਨੈਰੋ ਮੀਨਸ ਤੰਗ ਸੀਗੀ ਬਹੁਤ, ਕ੍ਰੋਸਡ ਰੀਕ੍ਰੋਸਡ ਵੀ ਮੀਨਸ ਜਿਵੇਂ ਆਪਾਂ ਇੱਕ ਲਾਈਨ ਮਾਰ ਲਿਆ, ਇੱਧਰੋਂ ਕ੍ਰੋਸ ਕਰਿਆ, ਐਂ ਬਾਰ ਕ੍ਰੋਸ ਹੋ ਰਹੀ ਸੀਗੀ, ਰੀਕ੍ਰੋਸ ਹੋ ਰਹੀ ਸੀ ਜਿਹੜਾ ਪਾਸ ਸੀ, ਜਿਹੜੇ ਉਹ 'ਤੇ ਹੋਰ ਬਹੁਤ ਸਾਰੇ ਰਸਤੇ ਨਿਕਲਦੇ ਸੀ, ਮੀਨਸ ਕਹਿ ਲਾ ਇੱਧਰ ਉੱਧਰ ਨੂੰ, ਜਿਹੜੇ ਉੱਥੇ ਸ਼ਿਕਾਰੀਆਂ ਦੇ ਬਣਾਏ ਹੋਏ ਸੀ, ਜਿਹੜੇ ਸ਼ਿਕਾਰ ਕਰਨ ਆਉਂਦੇ ਸੀ ਜੰਗਲ 'ਚ, ਜਾਂ ਜਿਹੜੇ ਲੱਕੜਾਂ ਕੱਟਣ ਆਉਂਦੇ ਸੀ ਵੁੱਡ ਕਟਰ, ਉਹਨਾਂ ਦੁਆਰਾ ਬਣਾਏ ਹੋਏ ਸੀ। ਐਟ ਦ ਸੇਮ ਪਲੇਸ ਦੇ ਗਾਟ ਲੋਸਟ ਐਂਡ ਕਨਫਿਊਜ਼ਡ ਬਟ ਹੀ ਡਿਡ ਨਾਟ ਥਿੰਕ ਅਬਾਊਟ ਇਟ। ਕਹਿੰਦੇ ਕਈ ਜਗ੍ਹਾ 'ਤੇ ਉਹ ਕੀ ਹੋਇਆ, ਕਨਫਿਊਜ਼ ਵੀ ਹੋਇਆ, ਪਰ ਉਹਨੇ ਇਹਦੇ ਬਾਰੇ ਕੁਛ ਨਹੀਂ ਸੋਚਿਆ ਅਤੇ ਆਪਦਾ ਚੱਲਦਾ ਰਿਹਾ। ਹੀ ਵਾਜ਼ ਅਬਾਊਟ ਟੂ ਅਬੰਡਨ ਹਿਜ਼ ਮਦਰ ਸੋ ਇਟ ਡਿਡ ਨਾਟ ਮੈਟਰ ਵਿਚ ਪਾਥ ਹੀ ਟੁੱਕ ਟੂ ਰੀਚ ਦ ਮਾਊਂਟੇਨ ਟੌਪ। ਹੁਣ ਕਹਿੰਦਾ ਉਹਦੇ ਲਈ ਤਾਂ ਮੇਨ ਮੁੱਦਾ ਇਹ ਸੀ ਵੀ ਉਹ ਮਾਂ ਨੂੰ ਆਪਦੀ ਪਿਆਰੀ ਮਾਂ ਨੂੰ ਤਿਆਗਣ ਜਾ ਰਿਹਾ ਸੀ, ਫਿਰ ਕੋਈ ਵੀ ਰਸਤਾ ਹੋਵੇ ਉਹਦੇ ਲਈ ਕੋਈ ਮੈਟਰ ਨਹੀਂ ਕਰਦਾ, ਉਹਨੇ ਤਾਂ ਮਾਊਂਟੇਨ ਦੇ ਟੌਪ 'ਤੇ ਪਹੁੰਚਣਾ ਸੀਗਾ, ਠੀਕ ਆ। ਔਨ ਹੀ ਵੈਂਟ ਕਲਾਈਮਿੰਗ ਬਲਾਈਂਡਲੀ ਅਪਵਰਡਸ, ਬਲਾਈਂਡਲੀ ਵੈਸੇ ਬਲਾਈਂਡ ਹੁੰਦਾ ਅੰਨਾ ਬੇਟਾ, ਹੈ ਨਾ। ਸੋ ਪਰ ਇੱਥੇ ਉਹਨਾਂ ਨੇ ਕਿਹਾ ਵੀ ਉਹਨੇ ਬਿਨਾਂ ਕੁਛ ਦੇਖੇ ਸਮਝੇ ਉਹ ਚੱਲੇ ਜਾ ਰਿਹਾ ਸੀ ਅਪਵਰਡ, ਉੱਪਰ ਦੀ ਤਰਫ, ਅਪਵਰਡ ਟੂਵਰਡਸ ਹਾਈ ਵੇਅਰਸ ਸਮਿਟ ਨੋਨ ਐਜ਼ ਓਵਾਚੀਆਮਾ। ਓਵਾਚੀਆਮਾ ਇੱਕ ਪਲੇਸ ਦਾ ਮਾਊਂਟੇਨ ਦਾ ਨਾਮ ਆ, ਜਿਵੇਂ ਆਪਣੇ ਹਿਮਾਲਿਆ ਪਰਬਤ ਆ, ਠੀਕ ਆ, ਜਿੱਥੇ ਲੋਕ ਪੁਰਾਣੇ ਸਮੇਂ ਦੇ ਵਿੱਚ ਉੱਥੇ ਜਾਪਾਨ ਦੇ ਵਿੱਚ ਬੁੱਢੇ ਲੋਕਾਂ ਨੂੰ ਮਰਨ ਲਈ ਛੱਡੇ ਆਉਂਦੇ ਸੀ, ਤਿਆਗ ਕਰੇ ਆਉਂਦੇ ਸੀ। ਦਾ ਮਾਊਂਟਨ ਵੇਅਰ ਦਾ ਏਜਡ ਵਰ ਅਬੈਂਡਨ, ਠੀਕ ਆ। ਉਹ ਅਪਵਰਡ ਜਾ ਰਿਹਾ ਸੀ, ਉੱਥੇ ਬਾਰ ਮੀਨਸ ਇੱਥੇ ਹੁੰਦਾ ਬਾਰ ਨਹੀਂ ਸੌਰੀ ਵੇਅਰ ਮੀਨਸ ਨੰਗਾ, ਉੱਥੇ ਚੋਟੀਆਂ 'ਤੇ ਕੋਈ ਦਰਖਤ ਨਹੀਂ ਹੁੰਦੇ, ਉੱਥੇ ਉਹ ਛੱਡਣ ਜਾ ਰਿਹਾ ਸੀ ਓਵਾਚੀਆਮਾ ਉੱਤੇ, ਠੀਕ ਹੈ। ਹਾਂਜੀ ਇਹ ਹੋ ਗਿਆ, ਹੁਣ ਆਪਾਂ ਅੱਗੇ ਚੱਲਦੇ ਹਾਂ। ਹਾਂਜੀ ਨੈਕਸਟ, ਦ ਆਈਜ਼ ਆਫ ਦ ਓਲਡ ਮਦਰ ਵਰ ਨਾਟ so dim that they could not notice the reckless hastening from one path to another and her loving heart grew anxious। ਓਕੇ ਹੁਣ ਇਹਦਾ ਕੀ ਮਤਲਬ ਆ, ਕਹਿੰਦੇ ਜਿਹੜੀ ਬੁੱਢੀ ਮਦਰ ਦੀ ਗੱਲ ਹੋ ਰਹੀ ਆ ਉਹ ਬੇਸ਼ੱਕ ਬਹੁਤ ਬਜ਼ੁਰਗ ਸੀ, ਪਰ ਉਹ ਐਡੀ ਵੀ ਉਹਦੀਆਂ ਨਿਗਾਹ ਜਿਹੜੀ ਨਜ਼ਰ ਸੀ ਡਿਮ ਨਹੀਂ ਸੀ ਕਿ ਉਹ ਨੋਟਿਸ ਨਾ ਕਰ ਪਾਉਂਦੀ, ਦੇਖ ਨਾ ਪਾਉਂਦੀ। ਰੈਕਲੈਸ ਅਸੀਂ ਕੀ ਕਰਿਆ ਸੀਗਾ, ਲਾਪਰਵਾਹ, ਹੈ ਨਾ, ਹਿਜ਼ਨਿੰਗ ਕਾਹਲੀ ਤੇਜ਼ੀ, ਜਿਹੜੀ ਉਹਦੇ ਪੁੱਤਰ ਦੇ ਤੋਰ ਦੇ ਵਿੱਚ ਤੇਜ਼ੀ ਸੀ, ਕਦੇ ਇੱਕ ਰਸਤੇ ਜਾਂਦਾ ਸੀ, ਕਦੇ ਦੂਜੇ ਰਸਤੇ ਜਾਂਦਾ ਸੀ, ਹੈ ਨਾ। ਇਸ ਚੀਜ਼ ਨੂੰ ਦੇਖ ਕੇ ਜਿਹੜਾ ਉਹਦਾ ਪਿਆਰ ਭਰਿਆ ਦਿਲ ਸੀ ਉਹ ਕੀ ਹੋ ਗਿਆ, ਵਿਆਕੁਲ ਹੋ ਗਿਆ, ਠੀਕ ਹੈ। ਹੁਣ ਇੱਥੇ ਇਹ ਵਰਡ ਆਇਆ ਇੱਕ ਹੀ, ਠੀਕ ਹੈ, ਇਹਦਾ ਕੀ ਹੈ, ਐਕਸੀਅਸ, ਫਿਰ ਇਹਦਾ ਮਤਲਬ ਵਿਆਕੁਲ, ਠੀਕ। ਹਰ son did not know many paths of mountain and his return might be dangerous, so he stretched forth
her hand and snapped twigs from bushes and as they passed। ਹੁਣ ਕਹਿੰਦੇ ਫਿਰ ਕੀ ਕੀਤਾ, ਉਹਨੂੰ ਪਤਾ ਸੀ, ਉਹ ਜਾਣਦੀ ਸੀ ਕਿ ਉਹਦੇ ਜਿਹੜਾ ਪੁੱਤਰ ਆ ਉਹਨੂੰ ਜਿਹੜੇ ਪਹਾੜਾਂ ਦੇ ਬਹੁਤੇ ਰਸਤੇ ਨਹੀਂ ਪਤਾ, ਇਸ ਲਈ ਮੁੜਨ ਲੱਗੇ ਉਹ ਡੇਂਜਰਸ ਹੋ ਸਕਦਾ। ਇਸ ਲਈ ਕੀ ਕੀਤਾ ਉਹਨੇ, ਸਟ੍ਰੈਚਡ ਫੋਰਥ ਮੀਨਸ ਆਪਣਾ ਹੱਥ ਅੱਗੇ ਵਧਾਇਆ ਅਤੇ ਟਵਿੰਗਸ ਹੁੰਦੀਆਂ ਨੇ ਟਾਹਣੀਆਂ, ਟਾਹਣੀਆਂ ਤੋੜੀਆਂ ਕਾਹਦੇ ਤੋਂ, ਝਾੜੀਆਂ ਤੋਂ, ਠੀਕ ਆ, ਜਿੱਥੋਂ ਜਿੱਥੋਂ ਦੀ ਉਹ ਲੰਘਦੇ ਸੀ। She quietly dropped a handful every few steps of the way so that as they climbed, the narrow path behind them was dotted with tiny files of twigs। ਹੁਣ ਇਹਦਾ ਕੀ ਮਤਲਬ ਆ, ਕੁਆਇਟਲੀ ਸ਼ਾਂਤੀ ਨਾਲ ਚੁੱਪਚਾਪ, ਡਰੋਪਡ ਮੈਨੇ ਸੁੱਟਦੀ ਗਈ, ਹੈਂਡਫੁੱਲ ਮੀਨਸ ਮੁੱਠੀ ਭਰ ਜਿੱਦਾਂ ਆਪਾਂ ਕਹਾਂਗੇ ਹੈ ਨਾ, ਫਿਊ ਸਟੈਪ ਹਰ ਥੋੜ੍ਹੇ ਸਟੈਪਸ ਤੋਂ ਬਾਅਦ ਰਸਤੇ ਦੇ ਵਿੱਚ ਜਿਉਂ ਜਿਉਂ ਉੱਪਰ ਜਾਂਦੇ ਸੀ, ਜਿਹੜਾ ਤੰਗ ਨੈਰੋ ਮੀਨਸ ਤੰਗ ਪਾਥ ਸੀ, ਪਿੱਛੇ ਉਹਦੇ ਡਾਟਸ ਲਗਾਉਂਦੇ ਗਏ, ਨਿਸ਼ਾਨੀਆਂ ਲਾਉਂਦੀ ਗਈ, ਪਾਇਲਸ ਹੁੰਦਾ ਢੇਰ, ਟਵਿੰਗਸ ਟਾਹਣੀਆਂ, ਕਹਿੰਦਾ ਉਹ ਜਿਹੜੀ ਉੱਥੋਂ ਟਾਹਣੀਆਂ ਤੋੜਦੀ ਸੀ ਉਹਨਾਂ ਦਾ ਮੁੱਠੀ ਭਰ ਜਦੋਂ ਹੋ ਜਾਂਦੀਆਂ ਸੀ ਤਾਂ ਫਿਰ ਉਹ ਉੱਥੇ ਪਿੱਛੇ ਰਸਤੇ 'ਤੇ ਉਹਦੀ ਨਿਸ਼ਾਨੀ ਲਾਉਣ ਲਈ ਡਰੋਪ ਕਰਦੀ ਗਈ, ਜਿਹੜਾ ਤੰਗ ਰਸਤਾ ਸੀ ਨਿਸ਼ਾਨੀ ਲਗਾ ਰਹੇ ਸੀ। ਐਟ ਲਾਸਟ ਹੀ ਸਮਟ ਵਾਸ ਰੀਚਡ, ਜਿੱਥੇ ਉਹਨਾਂ ਨੇ ਪਹੁੰਚਣਾ ਸੀ ਆਖਰ ਨੂੰ ਉਹ ਪਹੁੰਚ ਗਏ। weary and heartsick the young gentry raised his burden and silently prepared a place of comfort as his last duty to be loved one। ਉੱਥੇ ਪਹੁੰਚ ਕੇ ਕਹਿੰਦੇ weary ਹੁੰਦਾ ਥੱਕਿਆ ਹੋਇਆ ਬਹੁਤ, ਵੈਰੀ ਟਾਇਰਡ, ਹਾਰਟ ਸਿਕ ਉਦਾਸ, ਜੰਗ ਇੱਥੇ ਉਹ ਕਿਸਾਨ ਲਈ ਵਰਤਿਆ ਗਿਆ ਗਾ, ਜਿਹੜਾ ਉਹ ਜੰਗ ਕਿਸਾਨ ਸੀ ਉਹ ਬਹੁਤ ਥੱਕਿਆ ਹੋਇਆ ਉਦਾਸ ਸੀ, ਉਹਨੇ ਆਪਦਾ ਜਿਹੜਾ ਬਰਡਨ ਸੀ ਮਾਂ ਉਹਦੇ ਮੋਢਿਆਂ 'ਤੇ ਲੱਦੀ ਹੋਈ ਸੀ ਚੁੱਪ-ਚਾਪ ਸਾਈਲੈਂਟਲੀ ਉਤਾਰਿਆ ਅਤੇ ਉਹਦੇ ਲਈ ਇੱਕ ਕੰਫਰਟ ਭਰੀ ਆਰਾਮਦਾਇਕ ਜਗ੍ਹਾ ਤਿਆਰ ਕਰਨ ਲੱਗਿਆ ਆਪਣੀ ਆਖਰੀ ਡਿਊਟੀ ਸਮਝ ਕੇ। ਓਕੇ ਸੌਰੀ ਬੇਟਾ, 1 ਮਿੰਟ ਮੈਨੂੰ ਇਹਨੂੰ ਪੌਜ਼ ਕਰਨਾ ਪੈਣਾ। ਹਾਂਜੀ ਮੈਨੂੰ ਪੌਜ਼ ਕਰਨਾ ਪਿਆ, ਵੀਡੀਓ ਨੂੰ ਬਣਾਉਣ 'ਚ ਬਹੁਤ ਸਾਰੀਆਂ ਦਿੱਕਤਾਂ ਮੈਨੂੰ ਆ ਰਹੀਆਂ ਨੇ, ਮਸਾਂ ਹੀ ਕੰਪਲੀਟ ਕਰ ਪਾ ਰਹੀ ਹਾਂ। ਸੋ ਮੈਸੇਜ ਆ ਰਹੇ ਸੀ, ਪ੍ਰੋਬਲਮ ਕ੍ਰੀਏਟ ਕਰ ਰਹੇ ਸੀ। ਓਕੇ ਹਾਂਜੀ ਆਪਾਂ ਕਿੱਥੇ ਸੀ ਵੀ ਉਹਨੇ ਲਾਸਟ ਡਿਊਟੀ ਸਮਝ ਕੇ ਆਪਣੀ ਉਹਦੇ ਲਈ ਆਰਾਮਦਾਇਕ ਇੱਕ ਜਗ੍ਹਾ ਤਿਆਰ ਕੀਤੀ। ਗੈਦਰਿੰਗ ਫਾਲਨ ਪਾਈਨ ਨੀਡਲਸ, ਹਾਂ ਪਾਈਨ ਨੀਡਲਸ ਬੇਟਾ ਦੇਵਦਾਰ ਦੇ ਜਿਹੜੇ ਪਹਾੜਾਂ 'ਤੇ ਰੁੱਖ ਹੁੰਦੇ ਨੇ ਉਹਨਾਂ ਦੇ ਪੱਤੇ। ਹੀ ਮੇਡ ਆ ਸੋਫਟ ਕੁਸ਼ਨ ਐਂਡ ਟੈਂਡਰਲੀ ਲਿਫਟਡ ਹਿਜ਼ ਓਲਡ ਮਦਰ ਇਨ ਔਨ ਟੂ ਇਟ, ਉਹਨੇ ਉਹਦਾ ਇੱਕ ਕੁਸ਼ਨ ਬਣਾਇਆ ਹੈ ਨਾ ਨਰਮ ਜਿਹਾ, ਅਤੇ ਉਹਦੇ 'ਤੇ ਆਪਣੀ ਮਦਰ ਨੂੰ ਬਿਠਾ ਦਿੱਤਾ। ਹੀ ਰਾਪਡ her padded coat more closely about her stooping shoulders and with tearful eyes and an aching heart he bade farewell to his mother। ਓਕੇ ਹੁਣ ਹੋ ਗਿਆ ਪੈਡਡ ਹੁੰਦਾ ਗੁਦਗੁਦਾ ਜਿਹਾ ਹੈ ਨਾ, ਗੁਦਗੁਦਾ ਜਿਹਾ ਕੋਟ ਸੀ ਜਿਹੜਾ ਉਹਨੇ ਰਾਪਡ ਹੁੰਦਾ ਲਪੇਟਿਆ ਕਿੱਥੇ, ਉਹਦੇ ਸਟੂਪਿੰਗ ਸ਼ੋਲਡਰਸ ਹੁੰਦਾ ਝੁਕੇ ਹੋਏ ਮੋਢਿਆਂ ਦੇ ਆਲੇ ਦੁਆਲੇ ਆਪਦੀ ਮਾਂ ਦੇ, ਅਤੇ ਟੀਅਰਫੁਲ ਆਈਜ਼ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਅਤੇ ਦੁੱਖ ਦੇ ਦਿਲ ਨਾਲ ਫੇਅਰਵੈਲ ਹੁੰਦਾ ਅਲਵਿਦਾ ਆਖਿਆ ਆਪਣੀ ਮਦਰ ਨੂੰ। The trembling voice of his mother was full of unselfish love as she gave her last instructions। ਟਰੈਂਬਲਿੰਗ ਹੁੰਦਾ ਕੰਬਦੀ ਹੋਈ ਆਵਾਜ਼ ਦੇ ਵਿੱਚ ਉਹਦੀ ਮਦਰ ਨੇ ਇੱਕ ਆਪਾਂ ਕਹਾਂਗੇ ਸੈਲਫਿਸ਼ ਹੁੰਦਾ, ਉਦੋਂ ਹੋ ਗਿਆ ਉਲਟ ਅਨਸੈਲਫਿਸ਼ ਨਾ, ਬਿਨਾਂ ਕਿਸੇ ਲਾਲਚ ਤੋਂ ਜਿਹੜਾ ਉਹਦਾ ਪਿਆਰ ਸੀ ਉਹਦੇ ਵਿੱਚ ਉਹਨੂੰ ਆਖਰੀ ਹਦਾਇਤਾਂ ਦਿੱਤੀਆਂ, ਇੰਸਟਰਕਸ਼ਨਸ ਦਿੱਤੀਆਂ। ਲੈਟ ਨਾਟ ਥਾਈਨ ਆਈਜ਼ ਬੀ ਬਲਾਈਂਡ ਮਾਈ ਸਨ ਸੀ ਸੈਡ, ਉਹਨੇ ਕਿਹਾ ਤੂੰ ਬਲਾਈਂਡ ਵੈਸੇ ਅੰਨਾ ਹੁੰਦਾ ਵੀ ਅੰਨਾ ਹੋ ਕੇ ਮਤਲਬ ਤੂੰ ਅੱਖਾਂ ਬੰਦ ਕਰਕੇ ਨਾ ਤੁਰਿਆ ਜਾਈਂ, ਦੇਖਭਾਲ ਕੇ ਜਾਈਂ, ਕਹਿਣ ਦਾ ਮਤਲਬ। ਥਾਈਨ ਪ੍ਰਨਾਊਨ ਆ ਬੇਟਾ, ਇੱਥੇ ਪੁਰਾਣੀ ਇੰਗਲਿਸ਼ ਯੂਜ਼ ਹੁੰਦਾ ਸੀ, ਇਹਦਾ ਮਤਲਬ ਯੂਅਰਸ ਹੁੰਦਾ, ਠੀਕ ਹੈ। ਦ ਮਾਊਂਟੇਨ ਰੋਡ ਇਜ਼ ਫੁੱਲ ਆਫ ਡੇਂਜਰਸ, ਜਿਹੜੀ ਪਹਾੜਾਂ ਦਾ ਰਸਤਾ ਉਹ ਖਤਰਿਆਂ ਨਾਲ ਭਰਿਆ ਹੋਇਆ। ਲੁੱਕ ਕੇਅਰਫੁਲੀ ਐਂਡ ਫੋਲੋ ਦਾ ਪਾਥ ਵੇਅਰ ਯੂ ਸੀ ਫਾਈਲਸ ਆਫ ਟਵਿੰਗਸ, ਧਿਆਨ ਨਾਲ ਜਾਈਂ ਕੇਅਰਫੁਲੀ, ਠੀਕ ਆ, ਉਹ ਰਸਤਾ ਅਪਣਾਈ ਜਿਹਦੇ 'ਤੇ ਤੈਨੂੰ ਟਾਹਣੀਆਂ ਦੇ ਢੇਰ ਦਿਖਣਗੇ। ਦੇ ਵਿਲ ਗਾਈਡ ਯੂ ਟੂ ਦਾ ਫੈਮਲੀਅਰ ਪਾਥ ਫਰਦਰ ਡਾਊਨ, ਉਹ ਤੇਰੇ ਲਈ ਜਿਹੜੇ ਰਸਤੇ ਤੋਂ ਆਪਾਂ ਆਏ ਹਾਂ ਫੈਮਲੀਅਰ ਆ ਉਹ ਥੱਲੇ ਜਾਣ ਦਾ ਉਹੀ ਰਸਤਾ ਤੈਨੂੰ ਦੱਸਣਗੇ। ਦ ਸਨ ਸਰਪ੍ਰਾਈਜ਼ਡ ਆਈਜ਼ ਲੁੱਕਡ ਬੈਕ ਓਵਰ ਦਾ ਪਾਥ ਦੈਨ ਐਟ ਦਾ ਪੂਅਰ ਓਲਡ, ਕਹਿੰਦਾ ਸਰਪ੍ਰਾਈਜ਼ ਤਾਂ ਤੁਹਾਨੂੰ ਸਮਝਦੇ ਹੋ ਹੈ ਨਾ, ਸਰਪ੍ਰਾਈਜ਼ਡ ਅੱਖਾਂ ਨਾਲ ਉਹਨੇ ਪਿੱਛੇ ਮੁੜ ਕੇ ਆਪਦੇ ਰਸਤੇ ਵੱਲ ਵੇਖਿਆ ਅਤੇ ਫਿਰ ਉਸ ਪੂਅਰ ਲੇਡੀ ਓਲਡ ਲੇਡੀ ਵੱਲ ਆਪਦੀ ਮਦਰ ਵੱਲ ਵੇਖਿਆ, ਅਤੇ ਫਿਰ ਕੀ ਅੱਗੇ ਕੀ ਆ, ਹਾਂਜੀ ਹੁਣ ਅੱਗੇ ਆਪਾਂ ਆ ਗਿਆ ਸ਼ਿਵਰਡ
hands all scratched and spoiled by her work of love। हाँ ਮੁਰਝਾ ਚੁੱਕੇ ਤੇ ਮਤਲਬ ਝਰੀਟਾਂ ਪਈਆਂ ਹੋਈਆਂ, ਝਰੀਟਾਂ ਨਾਲ ਖਰਾਬ ਹੋਏ ਵੇ ਹੱਥ, ਕਾਹਦੇ ਨਾਲ? ਜਿਹੜਾ ਉਹਦੇ ਪਿਆਰ ਦੇ ਖਾਤਰ ਉਹਨੇ ਆਪਦੇ ਖਾਤਰ ਕੰਮ ਕੀਤਾ, ਮੀਨਸ ਉਹ ਟਾਹਣੀਆਂ ਤੋੜਦੀ ਸੀ, ਉਹਦੇ ਨਾਲ ਉਹਦੇ ਹੱਥ ਸਪੋਇਲ ਹੋ ਗਏ, ਝਰੀਟਾਂ ਪੈ ਗਈਆਂ ਉਹਨਾਂ ਦੇ ਉੱਤੇ। ਹਿਜ਼ ਹਾਰਟ ਬ੍ਰੋਕ ਵਿਦ in and blow to the ground, he cried aloud, oh honorable mother, your kindness break my heart, I will not leave you। ਹੁਣ ਉਹ ਫਿਰ ਕੀ ਕਹਿੰਦਾ ਉਹਦਾ ਦਿਲ ਆ ਜਿਹੜਾ ਅੰਦਰ ਤੋਂ ਟੁੱਟ ਗਿਆ ਅਤੇ ਉਹ ਗੋਡਿਆਂ ਪਰ ਗਰਾਊਂਡ 'ਤੇ ਡਿੱਗ ਕੇ ਚੀਕਿਆ, ਉਹ ਮੇਰੀ ਸਤਿਕਾਰਯੋਗ ਮਾਂ, ਤੇਰੀ ਦਿਆਲਤਾ ਨੇ ਮੇਰਾ ਦਿਲ ਨੂੰ ਬ੍ਰੇਕ ਕਰਤਾ ਅਤੇ ਮੈਂ ਹੁਣ ਤੈਨੂੰ ਛੱਡ ਕੇ ਨਹੀਂ ਜਾਵਾਂਗਾ। ਟੂਗੈਦਰ ਵੀ ਵਿਲ ਫੋਲੋ ਦਾ ਪਾਥ ਆਫ ਟਵਿੰਗਸ ਐਂਡ ਟੂਗੈਦਰ ਵੀ ਵਿਲ ਡਾਈ। ਹੁਣ ਅਸੀਂ ਟੂਗੈਦਰ ਹੁੰਦਾ ਇਕੱਠੇ, ਅਸੀਂ ਇਕੱਠੇ ਹੀ ਉਸ ਰਸਤੇ 'ਤੇ ਚੱਲਾਂਗੇ, ਥੱਲੇ ਜਾਵਾਂਗੇ ਅਤੇ ਇਕੱਠੇ ਹੀ ਅਸੀਂ ਡਾਈ ਮੀਨਸ ਮਰਾਂਗੇ। ਵੰਸ ਮੋਰ ਹੀ ਸ਼ੋਲਡਰਡ ਹਿਜ਼ ਮਦਰ ਐਂਡ ਹਿਜ਼ਨਡ ਡਾਊਨ ਦਾ ਪਾਥ ਟੂ ਦੇਅਰ ਲਿਟਲ ਹਟ ਇਨ ਦਾ ਵੈਲੀ। ਵੰਸ ਮੋਰ ਇੱਕ ਵਾਰ ਫੇਰ ਤੋਂ ਉਹਨੇ ਆਪਦੀ ਮਾਂ ਨੂੰ ਆਪਦੇ ਕੰਧਿਆਂ 'ਤੇ ਚੁੱਕਿਆ, ਮੋਢਿਆਂ 'ਤੇ ਚੁੱਕਿਆ, ਤੇਜ਼ੀ ਨਾਲ ਥੱਲੇ ਵਾਲੇ ਰਸਤੇ ਨੂੰ ਹੋ ਲਿਆ ਜਿੱਥੇ ਉਹਨਾਂ ਦੀ ਛੋਟੀ ਜਿਹੀ ਹੱਟ ਸੀ ਘਾਟੀ ਦੇ ਵਿੱਚ। went their kitchen floor was a walled closet for food which was covered and hidden from view। ਬੈਂਥ ਹੁੰਦਾ ਥੱਲੇ, ਕਿਚਨ ਫਲੋਰ ਕਿਚਨ ਦਾ ਜਿਹੜਾ ਫਰਸ਼ ਆ, ਵਾਲਟ ਕਲੋਜ਼ਟ ਹੁੰਦੀ ਅਲਮਾਰੀ, ਵਾਲ ਇੱਥੇ ਕੰਧ ਵਿੱਚ ਜਿਹੜੀ ਬਣੀ ਹੋਈ ਉੱਥੇ ਕਹਿੰਦਾ ਅਲਮਾਰੀ ਸੀ ਉਹਨਾਂ ਦੇ ਥੱਲੇ ਕਿਚਨ ਦੇ ਵਿੱਚ, ਜਿਹਦੇ 'ਚ ਉਹ ਅਨਾਜ ਵਗੈਰਾ ਰੱਖਦੇ ਸੀ, ਕਵਰ ਸੀ, ਢੱਕੀ ਹੋਈ ਸੀ, ਜਿਹਨੂੰ ਬਾਹਰੋਂ ਦਿਖਦੀ ਨਹੀਂ ਸੀ। ਠੀਕ। There the son hid his mother and supplying her with everything she needed, continuously watching and fearing she would be discovered। ਓਕੇ, ਹੁਣ ਉਹਨੇ ਆਪਦੀ ਮਦਰ ਨੂੰ ਕੀ ਕੀਤਾ, ਉੱਥੇ ਹਾਈਡ ਕਰਤਾ, ਲੁਕੋਤਾ, ਅਤੇ ਉਹਨੂੰ ਹਰ ਚੀਜ਼ ਦੇਤੀ ਜਿਹਦੀ ਉਹਨੂੰ ਜ਼ਰੂਰਤ ਸੀ, ਅਤੇ ਕੰਟੀਨਿਊਸਲੀ ਲਗਾਤਾਰ ਉਹਨੂੰ ਦੇਖਦਾ ਰਹਿੰਦਾ, ਵਾਚ ਕਰਦਾ ਰਹਿੰਦਾ, ਅਤੇ ਡਰ ਵੀ ਸੀ ਕਿ ਅਸੀਂ ਫੜੇ ਨਾ ਜਾਈਏ, ਹੈ ਨਾ। Time passed and he was beginning to feel safe when again the governor sent forth messengers bearing an unreasonable order seemingly as a boost of his power। ਟਾਈਮ ਪਾਸਡ, ਸਮਾਂ ਗੁਜ਼ਰਦਾ ਗਿਆ, ਜਦੋਂ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਲੱਗਿਆ ਤਾਂ ਫਿਰ ਕੀ ਹੋਇਆ, ਗਵਰਨਰ ਨੇ ਫਿਰ ਸੁਨੇਹਾ ਭੇਜਤਾ। ਮੈਸੇਂਜਰਸ ਆਪਾਂ ਕਹਾਂਗੇ ਉਹਨਾਂ ਦੇ ਜਿਹੜੇ ਸੰਦੇਸ਼ ਵਾਹਕ ਹੁੰਦੇ ਨੇ, ਸੰਦੇਸ਼ ਦਿੰਦੇ ਨੇ ਅੱਗੇ ਢੋਲ ਪਿੱਟ ਕੇ ਨਾ ਵੀ ਸੁਣਾਉਂਦੇ ਹੁੰਦੇ ਸੀਗੇ, ਉੱਦਾਂ ਸੰਦੇਸ਼ ਵਾਹਕ ਆ ਗਏ। ਕਿਹੜਾ? ਅਨਰੀਜ਼ਨੇਬਲ, ਬੇਤੁਕਾ ਜਿਹਾ ਕੋਈ ਆਰਡਰ ਲੈ ਕੇ। ਉਹ ਕਾਹਦੇ ਵਾਸਤੇ? ਸਿਰਫ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਸੀ। His demand was that his subject should present him with a rope of ash। ਐਸ਼ ਹੁੰਦੀ ਹੈ ਸੁਆਹ, ਕਹਿੰਦਾ ਉਹਦਾ ਕੀ ਸੀ, ਸਾਰੇ ਰਾਜ ਦੇ ਜਿਹੜੇ ਲੋਕ ਸੀ ਵੀ ਉਹਨਾਂ ਨੇ ਕਿਹਾ ਮੇਰੇ ਸਾਹਮਣੇ ਪ੍ਰੈਜੈਂਟ ਹੋਣ, ਕਾਹਦੀ? ਸੁਆਹ ਦੀ ਰੱਸੀ ਬਣਾ ਕੇ। The entire province of Shining trembled with fear। ਕੰਬ ਗਈ, ਕਾਹਦੇ ਨਾਲ? ਸਾਰੇ ਪ੍ਰੋਵਿੰਸ, ਸਾਰੇ ਰਾਜ ਦੀ ਜਿਹੜੇ ਸ਼ਿਨਿੰਗ ਰਾਜ ਸੀ ਉਹਦੇ ਜਿਹੜੇ ਲੋਕ ਸੀ ਕੰਬ ਕੇ ਡਰ ਨਾਲ। ਦਾ ਆਰਡਰ ਹੈਡ ਟੂ ਬੀ ਓਬੇਡ ਬਟ ਹਾਊ ਕੁਡ ਐਨੀਵਨ ਮੇਕ ਅ ਰੋਪ ਆਫ ਐਸ਼। ਕਹਿੰਦੇ ਆਰਡਰ ਤਾਂ ਸੀ ਜਿਹੜਾ ਮੰਨਣਾ ਪੈਣਾ ਸੀ, ਬਟ ਹੁਣ ਕੋਈ ਸਵਾਹ ਦੀ ਰੱਸੀ ਕਿਵੇਂ ਬਣਾ ਸਕਦਾ? ਵਨ ਨਾਈਟ ਇਨ ਅ ਗ੍ਰੇਟ ਡਿਸਟਰੈਸ ਦ ਸਨ ਵਿਸਪਰਡ ਦ ਨਿਊਜ਼ ਆਫ ਹਿਜ਼ ਹਿਡਨ ਮਦਰ। ਵਿਸਪਰਡ ਹੁੰਦਾ ਕਾਨਾਫੂਸੀ ਕਰਨੀ, ਹੌਲੀ ਹੌਲੀ ਗੱਲਾਂ ਕਰਨੀਆਂ। ਇੱਕ ਬਹੁਤ ਹੀ ਤਣਾਅ ਦੀ ਰਾਤ ਦੇ ਵਿੱਚ ਉਹਨੇ ਆਪਦੀ ਮਾਂ ਦੇ ਕੰਨ ਇਹ ਗੱਲ ਪਾਈ, ਜਾਂ ਉਹਨੂੰ ਲੁਕੀ ਹੋਈ ਜਿਹੜੀ ਮਾਂ ਉਹਦੀ ਲੁਕੋ ਕੇ ਰੱਖੀ ਹੋਈ ਸੀ ਉਹਨੂੰ ਸੁਣਾਈ। ਫਿਰ ਉਹਨੇ ਕੀ ਕਿਹਾ? ਵੇਟ, ਸ਼ੀ ਸੈਡ, ਲੈਟ ਮੀ ਥਿੰਕ। ਉਹਨੇ ਕਿਹਾ ਇੰਤਜ਼ਾਰ ਕਰੋ, ਮੈਨੂੰ ਸੋਚਣ ਦਿਓ। ਔਨ ਦ ਸੈਕਿੰਡ ਡੇ ਸ਼ੀ ਟੋਲਡ ਹਿਮ। ਅਗਲੇ ਦਿਨ ਉਹਨੇ ਉਹਨੂੰ ਕੀ ਦੱਸਿਆ? ਵਾਟ ਟੂ ਡੂ, ਤੂੰ ਕੀ ਕਰਨਾ ਹੈ? ਮੇਕ ਅ ਰੋਪ ਆਫ ਟਵਿਸਟ ਸਟਰॉ। ਇੱਕ ਟਵਿਸਟ ਸਟਰॉ ਹੁੰਦਾ ਘਾਹ ਦੀ ਇੱਕ ਵੱਟੇ ਦਿੱਤੀ ਹੋਈ ਰੱਸੀ ਬਣਾਓ। ਇਹ ਤੁਹਾਨੂੰ ਦੱਸਦੇ ਆ ਬੇਟਾ, ਪੁਰਾਣੇ ਸਮਿਆਂ ਦੇ ਵਿੱਚ ਹੁਣ ਜਿੱਦਾਂ ਕਣਕ ਵੱਢਦੇ ਆ ਤਾਂ ਰੱਸੀਆਂ ਆ ਗਈਆਂ, ਰੱਸੀਆਂ ਨਾਲ ਬੰਨ੍ਹਦੇ ਆ। ਪੁਰਾਣੇ ਸਮਿਆਂ ਦੇ ਵਿੱਚ ਕਾਹੀ ਜਿਹੜੀ ਨਦੀਆਂ ਦੇ ਕਿਨਾਰੇ ਖੜੀ ਹੁੰਦੀ, ਇੱਕ ਤਰ੍ਹਾਂ ਦਾ ਘਾਹ ਗਾ, ਉਹਨੂੰ ਕੱਟ ਕੇ ਉਹਨੂੰ ਵੱਟੇ ਦੇ ਕੇ ਬੇੜਾ ਵੱਟਿਆ ਜਾਂਦਾ ਸੀ ਜਾਂ ਸੁੱਬ ਵੱਟਿਆ ਜਾਂਦਾ ਸੀ, ਉਹ ਹੈ ਟਵਿਸਟਡ ਸਟਰॉ। ਠੀਕ ਹੈ। ਦੈਨ ਸਟੈਚ ਇਟ ਅਪੋਨ ਅ ਰॉ ਆਫ ਅ ਫਲੈਟ ਸਟੋਨਸ ਐਂਡ ਬਰਨ ਇਟ ਔਨ ਅ ਵਿੰਡਲੈਸ ਨਾਈਟ। ਓਕੇ, ਉਹ ਕਹਿੰਦੀ ਫਿਰ ਇਹਨੂੰ ਕੀ ਕਰਨਾ ਤੁਸੀਂ? ਜਦੋਂ ਤੁਸੀਂ ਘਾਹ ਦੀ ਰੱਸੀ ਵੱਟ ਲਈ ਵੱਟੇ ਦੇ ਕੇ, ਫਿਰ ਇਹਨੂੰ
ਪਾ ਦੇਣਾ ਫਲੈਟ ਸਟੋਨ ਦੇ ਉੱਪਰ ਲੰਮੀ, ਠੀਕ ਆ। ਫਲੈਟ ਮੀਨਸ ਪੱਧਰਾ ਜਿਹੜਾ ਸਮਤਲ ਆ। ਫਿਰ ਇਹਨੂੰ ਵਰਨ ਕਰਨਾ, ਕਦੋਂ ਕਰਨਾ? ਜਦੋਂ ਹਵਾ ਨਾ ਚੱਲਦੀ ਹੋਵੇ, ਅਜਿਹੀ ਰਾਤ ਵਿੱਚ ਵਰਨ ਕਰੀ। ਹੀ ਕਾਲ ਦ ਪੀਪਲ ਟੂਗੈਦਰ ਐਂਡ ਡਿਡ ਐਜ਼ ਹੀ ਹੈਡ ਸੈਡ। ਉਹਨੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਉੱਦਾਂ ਹੀ ਕੀਤਾ ਜਿੱਦਾਂ ਉਹਦੀ ਮਦਰ ਨੇ, ਬੁੱਢੀ ਮਾਂ ਨੇ ਕਿਹਾ ਸੀ। ਵੈਨ ਦ ਬਲੇਜ਼ ਡਾਈਡ ਡਾਊਨ ਦੇਅਰ ਅਪੋਨ ਦ ਸਟੋਨ ਵਿਦ ਐਵਰੀ ਟਵਿਸਟ ਐਂਡ ਫਾਈਵਰ ਸ਼ੋਇੰਗ ਪਰਫੈਕਟਲੀ ਲੇ ਆ ਰੋਪ ਆਫ ਐਸ਼। ਜਦੋਂ ਕਹਿੰਦੇ ਜਿਹੜੀ ਅੱਗ ਸੀ ਬੁਝ ਗਈ, ਪੱਥਰ ਦੇ ਉੱਤੇ ਕੀ ਦਿਖਾਈ ਦਿੱਤਾ? ਉਹ ਟਵਿਸਟਡ ਜਿਹੜੇ ਫਾਈਬਰ ਸੀ, ਘਾਹ ਸੀ, ਉੱਦਾਂ ਹੀ ਪਰਫੈਕਟਲੀ ਹਰ ਇੱਕ ਬੱਟ ਦਿਖਾਈ ਦੇ ਰਿਹਾ ਸੀ। ਇੱਦਾਂ ਲੱਗ ਰਿਹਾ ਸੀ ਜਿਵੇਂ ਸਵਾਹ ਦੀ ਰੱਸੀ ਹੁੰਦੀ ਆ। ਦ ਗਵਰਨਰ ਵਾਜ਼ ਪਲੀਜ਼ਡ ਐਟ ਦ ਵਿਟ ਆਫ ਦ ਯੂਥ ਐਂਡ ਪ੍ਰੇਜ਼ਡ ਗ੍ਰੇਟਲੀ ਵਾਟ ਹੀ ਡਿਮਾਂਡਡ ਟੂ ਨੋ ਵੇਅਰ ਹੀ ਹੈਡ obtained ਹਿਜ਼ ਵਿਜ਼ਡਮ ਫਰੋਮ। ਗਵਰਨਰ ਸੀ ਜਿਹੜਾ ਬਹੁਤ ਖੁਸ਼ ਹੋਇਆ, ਪਲੀਜ਼ਡ ਹੋਇਆ। ਬਿਟ ਹੁੰਦੀ ਹੈ ਸਿਆਣਪ, ਉਸ ਜੰਗਮੈਨ ਦੀ। ਕੌਣ ਸੀ? ਕਿਸਾਨ ਦੀ। ਅਤੇ ਉਹਨੇ ਉਹਦੀ ਪ੍ਰੇਜ਼ ਵੀ ਕੀਤੀ ਅਤੇ ਫਿਰ ਉਹਨੇ ਡਿਮਾਂਡ ਕੀਤੀ, ਪੁੱਛਿਆ ਵੀ ਦੱਸ ਤੈਨੂੰ ਇਹ ਵਿਜ਼ਡਮ ਕਿੱਥੋਂ ਪ੍ਰਾਪਤ ਹੋਈ, ਅਪਟੇਨ ਕਿੱਥੋਂ ਕੀਤੀ ਹੈ ਤੇ ਵਿਜ਼ਡਮ। ਹਾਂ, ਹੁਣ ਅੱਗੇ ਕੀ ਆ ਗਿਆ? ਇਹ ਹੈਗਾ ਐਕਸਪ੍ਰੈਸ਼ਨ ਆ ਦੁੱਖ ਜਾਂ ਚਿੰਤਾ ਲਈ ਅਸੀਂ ਇੰਗਲਿਸ਼ ਯੂਜ਼ ਕਰਦੇ ਹਾਂ। ਅਲਾਸ ਅਲਾਸ ਕ੍ਰਾਈ ਦ ਫਾਰਮਰ ਦ ਟਰੂਥ ਮਸਟ ਬੀ ਟੋਲਡ ਐਂਡ ਵਿਦ ਦ ਡੀਪ ਬੋ ਹੀ ਨਰੇਟਡ ਹਿਜ਼ ਸਟੋਰੀ। ਅਫਸੋਸ ਅਫਸੋਸ ਫਾਰਮਰ ਚਿল্ਲਾਇਆ ਅਤੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੈਨੂੰ ਜਿਹੜੀ ਆਪਣਾ ਸੱਚ ਆ ਉਹ ਦੱਸਣਾ ਪਊ। ਸੱਚ ਬਾਹਰ ਆ ਗਿਆ, ਆਪਣੇ ਗੋਡਿਆਂ ਪਰਨੇ ਚੁੱਕਿਆ ਅਤੇ ਉਹਨੇ ਸਾਰੀ ਸਟੋਰੀ ਆ ਜਿਹੜੀ ਦੱਸਤੀ। ਗਵਰਨਰ ਲਿਸਨਡ ਐਂਡ ਮੈਡੀਟੇਟਡ ਇਨ ਸਾਈਲੈਂਸ। ਗਵਰਨਰ ਨੇ ਉਹਨੂੰ ਸੁਣਿਆ ਅਤੇ ਫਿਰ ਇਕਾਂਤ ਵਿੱਚ ਉੱਤੇ ਵਿਚਾਰ ਕੀਤਾ। ਫਾਈਨਲੀ ਹੀ ਲਿਫਟਡ ਹਿਜ਼ ਹੈਡ। ਆਖਰ ਨੂੰ ਉਹਨੇ ਆਪਦਾ ਸਿਰ ਤਾਂ ਚੁੱਕਿਆ। ਸ਼ੈਨਿੰਗ ਨੀਡਸ ਮੋਰ ਦੈਨ ਦ ਸਟਰੈਂਥ ਆਫ ਯੂਥ ਹੀ ਸੈਡ ਗ੍ਰੇਵਲੀ। ਗ੍ਰੇਵਲੀ ਮੀਨਸ ਹੁੰਦਾ ਗੰਭੀਰਤਾ ਨਾਲ। ਕਹਿੰਦਾ ਉਹਨੇ ਗੰਭੀਰਤਾ ਨਾਲ ਕਿਹਾ, ਸ਼ੈਨਿੰਗ ਦੇ ਜਿਹਦੇ ਵਿੱਚ ਜੰਗ ਲੋਕਾਂ ਦੀ ਤਾਕਤ ਨਾਲੋਂ ਕਿਸੇ ਹੋਰ ਚੀਜ਼ ਦੀ ਲੋੜ ਆ। ਕਿਹੜੀ ਦੀ? ਉਹ ਮਤਲਬ ਸਿਆਣਪ ਦੀ ਇੱਥੇ ਗੱਲ ਹੋ ਰਹੀ ਹੈ। ਉਹ ਹਾਊ ਕੁਡ ਆਈ ਹੈਵ ਫੋਰਗਟਨ ਦ ਵੈਲ ਨੋਨ ਸੇਇੰਗ ਵਿਦ ਦ ਕਰਾਊਨ ਆਫ ਸਨੋ ਦੇਅਰ ਕਮਥ ਵਿਜ਼ਡਮ। ਮੈਂ ਕਹਿੰਦਾ ਉਹ ਮੈਂ ਕਿਵੇਂ ਭੁੱਲ ਸਕਦਾ? ਫੋਰਗਟਨ ਭੁੱਲ, ਮੈਂ ਕਿਵੇਂ ਭੁੱਲ ਗਿਆ? ਵੈਲ ਨੋਨ ਸੇਇੰਗ ਮੀਨਸ ਪ੍ਰਸਿੱਧ ਕਹਾਵਤ ਨੂੰ। ਕਿਹੜੀ ਕਹਾਵਤ? ਵੀ ਜਿਹੜੀ ਸਿਆਣਪ ਆ ਉਮਰ ਨਾਲ ਆਉਂਦੀ ਆ। ਵਿਦ ਦਾ ਕਰਾਊਨ ਆਫ ਸਨੋ ਮੀਨਸ ਕਰਾਊਨ ਆਫ ਸਨੋ ਦਾ ਮਤਲਬ ਕੀ ਇੱਥੇ ਸਿਰ 'ਤੇ ਚਿੱਟੇ ਵਾਲ। ਆਪਾਂ ਕਹਿੰਦੇ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਮੈਂ ਧੁੱਪ 'ਚ ਨਹੀਂ ਚਿੱਟੇ ਕੀਤੇ, ਹੈ ਨਾ। ਉਹੀ ਮਤਲਬ ਆ ਵੀ ਜਿਹੜੀ ਸਿਆਣਪ ਆ ਉਹ ਉਮਰ ਨਾਲ ਆਉਂਦੀ ਹੈ। ਇੱਥੇ ਵੀ ਮੈਂ ਇਹ ਕਹਾਵਤ ਕਿਵੇਂ ਭੁੱਲ ਗਿਆ? ਦੈਟ ਵੈਰੀ ਆਰ ਦ cruel law was abolished and he realized that old age meant experience of life and not ਫੋਰੈਲਿਟੀ। ਓਕੇ, ਕਹਿੰਦਾ ਉਸੇ ਮੋਮੈਂਟ, ਉਸੇ ਘੰਟੇ ਜਾਂ ਕਹਿ ਲਓ ਉਹਨੇ ਜਿਹੜਾ ਜ਼ਾਲਮਾਨਾ ਵਹਿਸ਼ੀ ਲਾਅ ਬਣਾਇਆ ਸੀ, ਕਾਨੂੰਨ ਬਣਾਇਆ ਸੀ, ਉਹਨੂੰ ਅਬੋਲਿਸ਼ ਕਰਤਾ, ਖ਼ਤਮ ਕਰਤਾ ਅਤੇ ਜਿਹੜੇ ਓਲਡ ਪੀਪਲ ਨੂੰ ਰਿਲੀਜ਼ ਕਰਤਾ। ਅਤੇ ਉਹਨੇ ਇਹ ਸੋਚਿਆ ਕਿ ਉਹ ਤਜਰਬੇ ਦਾ ਭੰਡਾਰ ਨੇ, ਉਹ ਕਮਜ਼ੋਰ ਜਾਂ ਦੁਰਬਲ ਨਹੀਂ ਹੈਗੇ ਜਿਹੜੇ ਬਜ਼ੁਰਗ ਨੇ। ਸੋ ਇਹ ਸਾਡੀ ਜਿਹੜੀ ਸਟੋਰੀ ਸੀ ਸਾਰੀ ਬਹੁਤ ਹੀ ਇੰਟਰਸਟਿੰਗ ਸਟੋਰੀ ਸੀ, ਬਹੁਤ ਹੀ ਪਾਵਰਫੁਲ ਮੈਸੇਜ ਆ ਇਹਦੇ ਵਿੱਚ ਬੇਟਾ। So I hope you can understand the lesson hidden in this chapter. So be kind and be polite to your elders as well as your aged people. Respect them ਬੇਟਾ। ਕਿਉਂ ਅੱਜ ਦੇ ਟਾਈਮ 'ਚ ਜ਼ਿਆਦਾ ਨੀਡਫੁੱਲ ਹੈ? ਇੱਦਾਂ ਹੀ ਨਹੀਂ ਕੋਈ ਲੈਸਨ ਚੂਜ਼ ਹੁੰਦਾ। ਦੇਖੋ ਕੱਲ੍ਹ ਹੀ ਮੈਂ ਇੱਕ ਨਿਊਜ਼ ਸੁਣ ਰਹੀ ਸੀ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਇੱਕ ਪੋਤੇ ਨੇ ਸਿਰਫ ਆਪਣੀ ਦਾਦੀ ਨੂੰ ਇਸ ਲਈ ਮਾਰਤਾ ਕਿ ਉਹਨੂੰ ਪਰੇਸ਼ਾਨ ਕਰਦੀ ਸੀ, ਤੋਂ ਪਾਣੀ ਮੰਗਦੀ ਸੀ, ਵਾਰ-ਵਾਰ ਜਿਹੜੀਆਂ ਚੀਜ਼ਾਂ ਮੰਗਦੀ ਸੀ। ਇਹ ਵਿਜ਼ਡਮ ਦਾ ਭੰਡਾਰ ਨੇ, ਤਜਰਬੇ ਦਾ ਭੰਡਾਰ ਨੇ। ਇਹਨਾਂ ਦੀ ਰਿਸਪੈਕਟ ਕਰੋ, ਇਹਨਾਂ ਤੋਂ ਤਜਰਬਾ ਗੇਨ ਕਰੋ। ਸੋ ਇਹ ਸੀ ਤੁਹਾਡੀ ਬਹੁਤ ਹੀ ਬਿਊਟੀਫੁਲ ਸਟੋਰੀ। ਆਈ ਹੋਪ ਕਿ ਲੈਸਨ ਚੰਗੀ ਤਰੀਕੇ ਨਾਲ ਸਮਝ ਆ ਗਿਆ ਹੋ। ਹੁਣ ਕੁਝ ਜਾਪਾਨ ਦੀਆਂ ਖੂਬਸੂਰਤ ਤਸਵੀਰਾਂ ਦੇਖੋ ਤੁਸੀਂ। ਬਹੁਤ ਆਧੁਨਿਕ ਵੀ ਹੈ, ਸਾਡੇ ਨਾਲੋਂ ਵੱਧ ਤਰੱਕੀ ਕਰ ਗਿਆ। ਠੀਕ ਹੈ, ਮੈਂ 2 ਵੀਡੀਓਜ਼ ਇੱਥੇ ਹੋਰ ਐਂਡ ਸਕਰੀਨ 'ਤੇ ਅਵੇਲੇਬਲ ਕਰਾ ਰਹੀ ਹਾਂ, ਪਹਿਲੇ ਔਰ ਸੈਕਿੰਡ ਲੈਸਨ ਦੀਆਂ। ਉਹ ਵੀ ਤੁਸੀਂ ਜ਼ਰੂਰ ਵੇਖਣੀਆਂ ਨੇ। ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਮੇਰੀ ਜਿਹੜੀ ਮਿਹਨਤ ਆ ਉਹਦਾ ਫਲ ਮੈਨੂੰ ਜ਼ਰੂਰ ਮਿਲੇ। ਬਾਏ ਫॉर ਨਾਓ, ਮਿਲਦੇ ਹਾਂ ਨੈਕਸਟ ਵੀਡੀਓ 'ਚ। ਬਾਏ ਬਾਏ ਬਾਏ, ਸਾਇਓਨਾਰਾ ਸਾਇਓਨਾਰਾ। ਹਾਂ, ਇਹ ਤਾਂ ਮੈਂ ਭੁੱਲ ਹੀ ਗਈ ਸੀ। ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਅਤੇ ਹੁਣ ਗੁੱਡ ਬਾਏ ਕਹਿੰਦੇ ਆ ਨਾ, ਜਦੋਂ ਆਪਾਂ ਇੰਗਲਿਸ਼ 'ਚ ਕਹਿੰਦੇ ਗੁੱਡ ਬਾਏ, ਜੈਪਨੀਜ਼ 'ਚ ਕਹਿੰਦੇ ਆ ਸਾਇਓਨਾਰਾ ਸਾਇਓਨਾਰਾ, ਹੈ ਨਾ। ਇੱਕ ਗਾਣਾ ਵੀ ਸੀ ਹਿੰਦੀ ਫਿਲਮ ਦਾ। ਅਗਰ ਤੁਹਾਨੂੰ ਯਾਦ ਆਵੇ ਕਿ ਕਿਹੜੀ ਫਿਲਮ ਦਾ ਸੀ, ਤੁਸੀਂ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਓ। ਸੋ till then, sayonara sayonara।